ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ। ਅੱਜ ਵੈਸੇ ਗੱਲ ਕਰੀਏ ਤਾਂ ਵਿਸ਼ਵ ਭਰ ਦੇ ਵਿੱਚ ਇੱਕ ਚਰਚਾ ਜਿੱਥੇ ਵੀ ਸਾਡੇ ਪੰਜਾਬੀ ਵਸਦੇ ਨੇ, ਕਿਉਂਕਿ ਬੇਸਿਕਲੀ ਅਸੀਂ ਪੰਜਾਬੀ 'ਚ ਪ੍ਰੋਗਰਾਮ ਕਰਦੇ ਹਾਂ। ਠੀਕ ਹੈ ਕਿ ਅਸੀਂ ਹਿੰਦੀ ਦੇ ਗੀਤ ਵੀ ਲਾਉਂਦੇ ਹਾਂ, ਆਪਣੇ ਸਾਡੇ ਦਰਸ਼ਕ ਉਰਦੂ ਦੇ ਵੀ ਗੱਲਬਾਤ ਕਰਦੇ ਹੈ ਔਰ ਇੰਗਲਿਸ਼ ਦੇ ਵਿੱਚ ਹਿੰਦੀ ਦੇ ਸਮਾਚਾਰ ਵੀ ਪੇਸ਼ ਕਰਦੇ, ਪਰ ਜਿੱਥੇ ਕਿਸਾਨ ਨਾਲ ਸੰਬੰਧਿਤ ਕੋਈ ਵੀ ਵੀਰ ਭੈਣ ਭਰਾ ਬੈਠਾ ਹੋਇਆ, ਚਾਹੇ ਸੋਸ਼ਲ ਨੈਟਵਰਕ ਮੀਡੀਆ ਦੇ, ਚਾਹੇ ਆਮ ਜਿਹੜਾ ਰੇਡੀਓ ਟੈਲੀਵਿਜ਼ਨ ਦੇ ਨਾਲ ਜੁੜੇ ਨੇ, ਉੱਥੇ ਕਿਸਾਨ ਅੰਦੋਲਨ ਜਿਹੜਾ ਹੈ ਉਸ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਬੜੀ ਵੱਡੀ ਤਾਦਾਦ ਦੇ ਵਿੱਚ ਚਰਚਾ ਛਿੜੀ ਹੋਈ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਰੁਲਦੂ ਸਿੰਘ ਮਾਨਸਾ ਦੀ ਬਿਆਨਬਾਜ਼ੀ ਤੋਂ ਬਾਅਦ ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਮੇਨਸਟ੍ਰੀਮ ਮੀਡੀਆ ਵੀ ਲੱਗਾ ਹੋਇਆ ਲਗਾਤਾਰ, ਹੁਣ ਕੋਈ ਕਸਰ ਤਾਂ ਛੱਡੀ ਨਹੀਂ ਜਾ ਰਹੀ। ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਇੱਕ ਵਾਰੀ ਫਿਰ ਤੋਂ ਯਤਨ ਹੋ ਰਿਹਾ। ਇਹ ਤੋਂ ਸ਼ੁਰੂ ਕਰਦੇ ਹਾਂ, ਫਿਰ ਅੱਗੇ ਵਧਾਂਗੇ। ਹਾਂਜੀ ਹਾਂਜੀ ਦੇਖੋ, ਜਿਸ ਦਿਨ ਗਏ ਸੀਗੇ ਨਾ, ਸਭ ਤੋਂ ਪਹਿਲਾਂ ਸੰਸਦ ਚਲਾਉਣਾ ਸੀਗਾ, ਜਿਸ ਦਿਨ ਪਹਿਲਾ ਦਿਨ ਸੀਗਾ, ਤਾਂ ਉਸ ਦਿਨ ਹੋਇਆ ਕੀ ਸੀਗਾ ਕਿ ਉੱਥੇ ਜੋ ਕਵਰੇਜ ਵਾਸਤੇ ਪੱਤਰਕਾਰ ਪਹੁੰਚੇ ਹੋਏ ਸਨ, ਤਾਂ ਉਹਨਾਂ ਦੇ ਵਿੱਚੋਂ ਇੱਕ ਕੈਮਰਾਮੈਨ ਦੇ ਸੱਟ ਲੱਗੀ ਸੀਗੀ ਔਰ ਨਾਲ ਦੀ ਨਾਲ, ਕਿਉਂਕਿ ਬਹੁਤ ਵੱਡਾ ਮੀਡੀਆ ਹਾਊਸ ਹੈ ਜਿਹਦਾ ਉਹ ਪੱਤਰਕਾਰ ਸੀ, ਮੁਲਾਜ਼ਮ ਸੀ, ਗਲਤ ਗੱਲ ਹੋਈ, ਚਲੋ ਸੱਟ ਵੱਜ ਗਈ। ਅੱਛਾ, ਯਕਦਮ ਖਬਰ ਜਿਹੜੀ ਬ੍ਰੇਕ ਹੋਈ ਉਹ ਇਹੀ ਸੀਗੀ ਕਿ ਕਿਸਾਨਾਂ ਨੇ ਹਮਲਾ ਕਰ ਦਿੱਤਾ। ਫਿਰ ਇਸ ਤੋਂ ਬਾਅਦ ਚਲੋ ਖਬਰਾਂ ਜਿਹੜੀਆਂ ਹੌਲੀ ਹੌਲੀ ਇਸ ਪਾਸੇ ਵੱਲ ਮੁੜ ਗਈਆਂ ਕਿ ਹਾਲੇ ਪਤਾ ਨਹੀਂ ਜੀ, ਕਨਫਰਮ ਨਹੀਂ ਹੈ, ਪਰੰਤੂ ਉਹ ਤੋਂ ਕਹਿ ਲਓ ਕਿ ਪਹਿਲਾਂ ਹੀ ਬਹੁਤ ਵੱਡੇ ਵੱਡੇ ਜਿਹੜੇ ਘਾਗ ਬੰਦੇ, ਇਹਨਾਂ ਦੇ IT ਸੈੱਲ ਵਾਲੇ ਵੱਡੇ ਵੱਡੇ ਪੱਤਰਕਾਰ ਜਿਹੜੇ ਆ, ਉਹਨਾਂ ਨੇ ਉਹ ਖਬਰ ਜਿਉਂ ਦੀ ਤਿਉਂ ਚਲਾ ਦਿੱਤੀ। ਮਤਲਬ ਕਿ ਉਹਦੇ ਤੇ ਚਰਚਾ ਵੀ ਕਰ ਲਈ, ਕਿਸਾਨਾਂ ਦਾ ਗੋਡਾ ਵੀ ਬੰਨ ਦਿੱਤਾ। ਪਰ ਬਾਅਦ ਦੇ ਵਿੱਚ ਹੁਣ ਖਬਰ ਦੀ ਪਰਚਾ ਜਿਹੜੀ ਚੋਲ ਪਾਲ ਕੀਤੀ ਗਈ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਅਦਾਰੇ ਇਸ ਤਰ੍ਹਾਂ ਦੇ ਆ ਜਿਹੜੇ ਸਿਰਫ ਫੈਕਟ ਦਾ ਹੀ ਕੰਮ ਕਰਦੇ ਆ। ਮਤਲਬ ਕਿ ਨਿਊਜ਼ ਜਿੱਦਾਂ ਕੋਈ ਫੇਕ ਫੈਲਾਉਂਦਾ ਆ ਜਾਂ ਕੋਈ ਸ਼ੱਕੀ ਹੁੰਦੀ ਆ, ਤਾਂ ਉਹ ਉਹਦੇ 'ਚ ਸਿਰਫ ਫੈਕਟ ਹੀ ਲੱਭਦੇ ਆ। ਮਤਲਬ ਕਿ ਉਹਨਾਂ ਦੇ ਖੋਜ ਦਾ ਵਿਸ਼ਾ ਇਹ ਆ ਕਿ ਖਬਰ ਸੱਚ ਹੈ, ਜੇ ਸੱਚ ਆ ਤਾਂ ਇਹਦੇ ਪਿਛਲੇ ਤੱਥ ਕੀ ਹੈ, ਜੇ ਝੂਠ ਆ ਤਾਂ ਉਹਦੇ ਪਿਛਲੇ ਝੂਠੇ ਤੱਥ ਕੀ ਹੈ। ਤਾਂ ਹੁਣ ਇਹ ਖਬਰ ਜਿਹੜੀ ਸੀ ਉਹ ਮਤਲਬ ਕਿ ਜਿੱਦਾਂ ਆਈ ਉਦਾਂ ਹੀ ਗਈ, ਗਾਇਬ ਹੋ ਗਈ। ਫਿਰ ਹੁਣ ਇੱਕ ਮੀਡੀਆ ਹਾਊਸ ਨੇ ਇਹਦੀ ਪੜਤਾਲ ਕੀਤੀ ਹੈ। ਫੈਕਟ ਚੈੱਕ ਦੇ ਵਿੱਚ ਇਹ ਪਾਇਆ ਗਿਆ ਕਿ ਦਰਅਸਲ ਉਸ ਦਿਨ ਪੱਤਰਕਾਰਾਂ ਦਾ ਆਪੋ ਵਿੱਚ ਦੀ ਝਗੜਾ ਹੋਇਆ ਸੀਗਾ। ਪੱਤਰਕਾਰ ਆਪੋ ਵਿੱਚ ਦੀ ਲੜੇ ਨੇ ਔਰ ਉਹ ਮੈਂ ਦੇਖ ਕੇ ਲਿੰਕ ਖੋਲਦਾ ਕਿ ਮੈਂ ਵੀ ਉਹ ਵੀਡੀਓ ਤੱਕ ਪਹੁੰਚਿਆ, ਕਿਉਂਕਿ ਸਿਰਫ ਸੱਟ ਦਿਖਾਈ ਜਾ ਰਹੀ ਸੀ। ਸੱਟ ਤੋਂ ਪਹਿਲਾਂ ਦੀ ਵੀਡੀਓ ਜਿਹੜੀ ਆ ਉਹ 2 ਪੇਜਾਂ ਤੇ ਪਈ ਆ। ਮਤਲਬ ਕਿ ਇੱਕ ਤਾਂ ਇੱਥੇ ਉਹ ਲਾਈਵ ਕੀਤਾ ਗਿਆ ਜਾਂ ਇੱਕ ਵੱਖਰੇ ਐਂਗਲ ਤੋਂ ਵੀਡੀਓ ਸ਼ੂਟ ਕੀਤਾ ਜਾ ਰਿਹਾ ਸੀਗਾ। ਤਾਂ ਉਹਨਾਂ ਦੇ ਵਿੱਚ ਜੋ ਚੀਜ਼ ਨਜ਼ਰ ਆ ਰਹੀ ਹੈ ਕਿ ਇੱਕ ਪੱਤਰਕਾਰ ਪ੍ਰਭਜੋਤ ਸਿੰਘ ਉਹਦਾ ਨਾਮ ਆ, ਉਹ ਕਵਰ ਕਰ ਰਿਹਾ ਸੀ। ਇੱਕ ਬੀਬੀ ਨੈਗੇਟਿਵ ਰਿਪੋਰਟਿੰਗ ਕਰ ਰਹੀ ਸੀ ਕਿ ਫਿਰ ਇੱਥੇ ਆ ਕੇ ਜੰਤਰ ਮੰਤਰ ਤੇ ਇਹ ਰਸਤਾ ਬਲੌਕ ਕਰ ਦੇਣਗੇ, ਫਿਰ ਲੋਕਾਂ ਨੂੰ ਬੜੀ ਮੁਸ਼ਕਲ ਆਏਗੀ, ਜਦਕਿ ਜੰਤਰ ਮੰਤਰ ਤੇ ਐਸਾ ਕੁਛ ਨਹੀਂ ਹੈ। ਸਭ ਨੂੰ ਪਤਾ ਉੱਥੇ ਧਰਨੇ ਮੁਜ਼ਾਹਰੇ ਹੁੰਦੇ ਨੇ ਔਰ ਕਾਂਗਰਸ ਦੇ MP ਤਾਂ ਕਈ ਮਹੀਨੇ ਉੱਥੇ ਤੰਬੂ ਕੱਢ ਕੇ ਬੈਠੇ ਰਹੇ ਨੇ। ਬਿਲਕੁਲ। ਤਾਂ ਉਸ ਪੱਤਰਕਾਰ ਨੇ, ਫ੍ਰੀਲਾਂਸ ਜਰਨਲਿਸਟ ਸੀਗਾ ਉਹ, ਤਾਂ ਉਹਨੇ ਇਹਦੇ ਤੇ ਸਵਾਲ ਕੀਤਾ। ਉਹ ਵੀ ਲਾਈਵ ਕਰ ਰਿਹਾ ਸੀ। ਉਹਨੇ ਲਾਈਵ 'ਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਦਲਾਲ ਨੇ, ਗੋਦੀ ਮੀਡੀਆ, ਚਲੋ ਸ਼ਬਦ ਉਹਦੇ ਵੀ ਕਰਖਤ ਹੋ ਸਕਦੇ, ਭਾਰੇ ਹੋ ਸਕਦੇ ਆ। ਤਾਂ ਉਹ ਬੀਬੀ ਉਹਦੇ ਨਾਲ ਖੇਪੜ ਪਈ ਕਿ ਸਾਨੂੰ ਦਲਾਲ ਕਹਿ ਰਿਹਾ ਜੀ। ਇਹ ਕਹਿੰਦੀ ਕਿ ਹਾਂ ਉਹ ਵੀ ਲਾਈਵ ਸੀ ਕਿ ਦੱਸ ਤੂੰ ਮਤਲਬ ਕਿ ਕੀ ਕਹਿ ਰਿਹਾ। ਉਹਨੇ ਆਖਿਆ ਮੈਂ ਤੁਹਾਨੂੰ ਜਲੀਲ ਕਰ ਰਿਹਾ ਤੁਹਾਨੂੰ, ਕਿ ਤੁਸੀਂ ਗਲਤ ਰਿਪੋਰਟਿੰਗ ਕਰ ਰਹੇ ਹੋ। ਅੱਛਾ, ਇਹਨੇ ਨੂੰ ਉਹ ਆਉਂਦਾ, ਇੱਕ ਜਿਹੜਾ ਕੈਮਰਾਮੈਨ ਆ, ਉਹਦਾ ਫੋਨ ਜਿਹੜਾ ਹੈ ਪਵਾ ਕੇ ਥੱਲੇ ਸੁੱਟ ਦਿੰਦਾ, ਤੋੜਨ ਦਾ ਯਤਨ ਕਰਦਾ। ਫਿਰ ਉਹ ਜਿਹੜੇ ਸਟਿਕ ਜੇ ਹੁੰਦੇ ਆ ਜਿਵੇਂ ਇਹਨਾਂ ਦੇ ਹੱਥਾਂ 'ਚ, ਜਿਸ ਤਰ੍ਹਾਂ ਕਰਦੇ ਨੇ ਕਵਰ, ਫਿਰ ਉਹਨੂੰ 2-3 ਵਾਰੀ ਘੁਮਾਉਂਦਾ। ਇਸੇ ਦਰਮਿਆਨ ਉਹ ਜਿਹੜੀ ਉਹਦੀ ਅੱਸੀ ਜੀ ਵੱਜਦੀ ਇੱਕ ਸਾਈਡ ਤੋਂ ਤੇ ਉਹਨੂੰ ਸੱਟ ਲੱਗਦੀ। ਅਸਲ 'ਚ ਇਹ ਕਹਾਣੀ ਸੀਗੀ ਜੀ। ਦੋਸਤੋ, ਪਰਦੇ ਦੇ ਪਿੱਛੇ ਦੀ ਕੁਝ ਝੂਠੀਆਂ ਤੇ ਕੁਝ ਸੱਚੀਆਂ ਖਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਿੰਦੇ ਹਾਂ, ਪਰੰਤੂ ਉਹਨਾਂ ਦੇ ਮਗਰ ਹੁੰਦਾ ਕੀ ਹੈ ਇਹ ਵੀ ਤੁਸੀਂ ਸੁਣ ਲਿਆ ਹੈ ਕਿ ਸੱਚਾਈ ਕੁਝ ਹੋਰ ਦਿਖਾਇਆ ਕੁਝ ਹੋਰ ਜਾਂਦਾ ਹੈ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕ ਅਨੁਸਾਰ ਤੁਸੀਂ ਸੁਣ ਚੁੱਕੇ ਹੋ। ਸਾਰੀ ਕਮਿਊਨਿਟੀ ਦੇ ਵਿੱਚ ਇਸ ਵਕਤ ਜਿਹੜਾ ਵੀ ਸ਼ਖਸ ਇਸ ਸ਼ਖਸੀਅਤ ਨੂੰ ਮਿਲਿਆ ਹੈ ਉਹ ਉਦਾਸ ਹੈ, ਕਿਉਂਕਿ ਹਰ ਬੰਦੇ ਦੇ ਵਿੱਚ ਕੋਈ ਨਾ ਕੁਝ ਵੱਖਰਾ ਜਿਹਾ ਇਹ ਗੁਣ ਹੁੰਦਾ ਹੈ। ਸਰਦਾਰ ਜੋਗਿੰਦਰ ਸਿੰਘ ਜੀ ਸਰਾਏ, ਹਾਂਜੀ, ਐਕਸ਼ਨ ਆਰਟ ਆਰਗੇਨਾਈਜੇਸ਼ਨ ਦੇ ਬੜੀ ਮਿਹਨਤ ਕੀਤੀ, ਮਤਲਬ ਕੈਨੇਡਾ ਪਹੁੰਚਣ ਤੱਕ ਕੀ ਕੁਝ ਕਰਨਾ ਪਿਆ ਉਹ ਤਾਂ ਅੰਕਲ ਜੀ ਸਾਨੂੰ ਬਿਠਾ ਕੇ ਜਦੋਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਦੱਸਦੇ ਸੀ, ਰੂਹ ਕੰਢੇ ਖੜੇ ਹੋ ਜਾਂਦੇ ਸੀ। ਕਈ
ਮੁਸ਼ਕਲਾਵਾਂ ਦੇ ਵਿੱਚੋਂ ਜੀ ਬੰਦਿਆਂ ਨੂੰ ਕੈਨੇਡਾ ਦੇ ਵਿੱਚ ਹੁਣ ਤਾਂ ਰਾਹ ਖੁੱਲ੍ਹ ਗਏ ਨੇ ਨਾ, ਸ਼ਾਬਾਸ਼ ਰਾਹ ਖੋਲ੍ਹਣ ਵਾਲਿਆਂ ਦੇ। ਤੇ ਲੱਕੀ ਨੇ ਜਿਹੜੇ ਸਿੱਧੇ ਚੜ੍ਹਦੇ ਨੇ ਟੋਰਾਂਟੋ ਅੰਮ੍ਰਿਤਸਰ ਪਹੁੰਚ ਜਾਂਦੇ ਨੇ, ਅੰਮ੍ਰਿਤਸਰੋਂ ਟੋਰਾਂਟੋ ਪਹੁੰਚ ਜਾਂਦੇ ਨੇ ਜਾਂ ਦਿੱਲੀੋਂ ਪਹੁੰਚ ਜਾਂਦੇ ਨੇ। ਹੁਣ ਕੋਈ ਮੁਸ਼ਕਲ ਨਹੀਂ ਹੈ ਰਸਤੇ ਵਿੱਚ। ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਇਹ ਜਿਹੜੀਆਂ ਡੰਡੀਆਂ ਨੇ ਉਹਨਾਂ ਨੂੰ ਮਾਰਗ ਬਣਾਇਆ, ਮਿਹਨਤਾਂ ਕੀਤੀਆਂ ਨੇ। ਤੇ ਸਰਦਾਰ ਜੋਗਿੰਦਰ ਸਿੰਘ ਜੀ ਐਕਸ਼ਨ ਆਟੋ ਕਲੇਜਨ ਦੇ ਅਕਾਲ ਚਲਾਣਾ ਕਰ ਗਏ ਨੇ। ਉਹਨਾਂ ਦੀ ਅੱਜ ਜਿਹੜੀ ਹੈ ਅੰਤਮ ਰਸਮਾਂ ਹੋਣੀਆਂ ਨੇ 10 ਵਜੇ ਤੋਂ ਲੈ ਕੇ 12 ਵਜੇ ਤੱਕ। ਪ੍ਰਬੰਧਕਾਂ ਨੇ ਵੀ, ਫਿਊਨਰਲ ਹੋਮ ਵਾਲਿਆਂ ਨੇ ਵੀ ਬੇਨਤੀ ਕਰਨੀ ਆ, ਪਰਿਵਾਰ ਨੇ ਵੀ ਬੇਨਤੀ ਕਰਨੀ ਆ। ਅਸੀਂ ਪਰਿਵਾਰ ਦਾ ਇੱਕ ਹਿੱਸਾ, ਨਿਮਰਤਾ ਸਹਿਤ ਬੇਨਤੀ ਇਹ ਹੈ ਕਿ ਰੂਲ ਐਂਡ ਰੈਗੂਲੇਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਆਪਾਂ ਫਿਊਨਰਲ ਹੋਮ ਦੇ ਵਿੱਚ ਜਿਨ੍ਹਾਂ ਨੇ ਸ਼ਾਮਲ ਹੋਣਾ ਹੈ ਉਹ ਸ਼ਾਮਲ ਹੋ ਸਕਦੇ ਨੇ। ਤੇ ਕੋਈ ਵੀ ਕੁਤਾਹੀ, ਕੋਈ ਗਲਤੀ ਨਾ ਕੀਤੀ ਜਾਵੇ ਜਿਹਦੇ ਨਾਲ ਪਰਿਵਾਰ ਨੂੰ ਵੀ, ਕਿਉਂਕਿ ਅਸੀਂ ਅੰਡਰ ਅਜੇ ਪੂਰੇ ਖੁੱਲ੍ਹੇ ਨਹੀਂ ਆ, ਜਿੰਨਾ ਸਾਨੂੰ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਫੋਲੋ ਕਰਨਾ ਪਵੇਗਾ। ਸੋ ਅੰਤਮ ਰਸਮਾਂ ਅੱਜ ਹੋਣੀਆਂ ਨੇ। ਵੱਡੀ ਤਾਦਾਦ ਦੇ ਵਿੱਚ ਤੁਸੀਂ ਘਰਾਂ ਦੇ ਵਿੱਚ ਵੀ ਪਹੁੰਚੇ ਔਰ ਹੁਣ ਵੀ ਪਹੁੰਚਣਾ ਹੈ। ਸਾਡੀ ਫਿਰ ਬੇਨਤੀ ਹੈ ਰੂਲ ਐਂਡ ਰੈਗੂਲੇਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਪਹੁੰਚਣਾ ਆਪਾਂ ਸਾਰਿਆਂ ਨੇ। ਅੰਕਲ ਜੀ 75 ਸਾਲ ਦੇ ਸੀ, ਬੜੀ ਮਿਹਨਤ ਕੀਤੀ ਹੈ, ਕਾਫੀ ਮਿੱਠ ਬੋਲੜੇ, ਨਿੱਘੇ ਸੁਭਾਅ ਦੇ। ਜਿਹੜਾ ਵੀ ਉਹਨੂੰ ਮਿਲਿਆ ਉਹਦੀਆਂ ਅੱਖਾਂ ਦੇ ਵਿੱਚ ਜ਼ਰੂਰ ਉਹਨਾਂ ਦੇ ਜਾਣ ਤੋਂ ਬਾਅਦ ਅੱਥਰੂ ਆਏ ਨੇ। ਮੈਂ ਬੜਾ ਭਾਵੁਕ ਹੋ ਜਾਂਦਾ, ਉਹਨਾਂ ਨੂੰ ਬਹੁਤ ਮਿਸ ਕਰਦਾ ਜਦੋਂ ਉਹਨਾਂ ਨੂੰ ਬੈਠੀ ਦਾ ਸੀ, ਗੱਲਾਂ ਕਰੀਦੀਆਂ ਸੀ। ਚਲੋ ਜਾਣਾ ਸਾਰਿਆਂ ਸਭਨਾ ਸੌਰੀ ਵੰਝਣਾ ਸਭ ਮੁਕਲਾਵਣ ਹਾਰ। ਉਹ ਜੱਸੀ ਸਰਾਏ ਹੁਣਾਂ ਦੇ ਸਤਿਕਾਰਯੋਗ ਪਿਤਾ ਜੀ ਸਾਡੀ ਕਮਿਊਨਿਟੀ ਦੇ ਵਿੱਚ ਵੈਲ ਨੋਨ ਨੇ। ਜੱਸੀ ਸਰਾਏ 416 518 1919 ਅਤੇ ਪੰਮਾ ਸਰਾਏ ਦੇ ਉਹ ਸਤਿਕਾਰਯੋਗ ਸਹੁਰਾ ਸਾਹਿਬ ਔਰ ਵਧੇਰੇ ਪੰਮਾ ਸਰਾਏ ਤੇ ਜੱਸੀ ਸਰਾਏ ਉਹਨਾਂ ਦੇ ਨਰਿੰਦਰ ਧਾਰੀਵਾਲ ਤੇ ਨਰਿੰਦਰ ਔਜਲਾ ਜੀ ਦੇ ਸਹੁਰਾ ਸਾਹਿਬ, ਰੀਅਲੀ ਸੌਰੀ। ਔਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਪੰਮਾ ਸਰਾਏ ਨੂੰ 416 568 38 19 ਤੇ ਕਾਲ ਕਰ ਸਕਦੇ ਹੋ। ਅੱਜ 10 ਵਜੇ ਤੋਂ ਲੈ ਕੇ 12 ਵਜੇ ਤੱਕ ਬਰੈਂਪਟਨ ਕ੍ਰੈਮੇਟੋਰੀਅਮ ਸੈਂਟਰ ਦੇ ਵਿੱਚ ਅੰਤਮ ਜਿਹੜੀਆਂ ਨੇ ਦਾਹ ਸੰਸਕਾਰ ਦੀਆਂ ਰਸਮਾਂ, ਤੇ ਉਸ ਤੋਂ ਬਾਅਦ 1 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਦੇ ਵਿੱਚ ਅਰਦਾਸ ਹੋਵੇਗੀ। ਆਓ ਮੇਰਾ ਅਗਲਾ ਕੁਐਸਚਨ ਵੌਇਸ ਆਫ ਸਿਟੀ 1320 AM ਤੇ। ਹੁਣ ਪਤਾ ਲੱਗਾ ਹੈ ਕਿ ਰੁਪਿੰਦਰ ਪੰਜਗਰਾਈ ਤੇ ਸਿੱਖ ਆਗੂਆਂ ਨੇ ਖਰੜਾ ਨੂੰ ਜਵਾਬ ਦਿੱਤਾ ਹੈ। ਵੈਸੇ ਖਰੜਾ ਸਾਹਿਬ ਜਿਸ ਤਰੀਕੇ ਦੇ ਨਾਲ, ਮੈਂ ਹੁਣ ਕੀ ਕਹਾਂ, ਇੰਨੇ ਸਿਆਣੇ ਬੰਦੇ ਨੇ ਪਰ ਗਲਤੀਆਂ ਇਹਨਾਂ ਕੋਲ ਵੀ ਹੋਈਆਂ ਹੁੰਦੀਆਂ ਨੇ, ਕਿਉਂਕਿ ਉਹਨਾਂ ਗਲਤੀਆਂ ਨੂੰ ਲੁਕਾਉਣ ਵਾਸਤੇ, ਛੁਪਾਉਣ ਵਾਸਤੇ ਇਹਨਾਂ ਦੇ ਹਾਕਮਾਨ, ਇਹਨਾਂ ਦੀ ਪਿੱਠ ਥਾਪੜੀ ਹੁੰਦੀ ਆ। ਫਿਰ ਇਹ ਇੱਕ ਬਸਾਤ ਵਿਛੀ ਹੁੰਦੀ ਆ, ਉਹਦੇ ਮੂਹਰੇ ਬਣ ਕੇ ਜੋ ਕਰਦੇ ਨੇ, ਨੱਚਦੇ ਨੇ। ਹਾਂਜੀ, ਉਦੋਂ ਸ਼ਰਮ ਜੀ ਆਉਂਦੀ ਹੈ ਵੀ ਅੱਛਾ ਤੁਸੀਂ ਇੰਨਾ ਹੀ ਦੱਸ ਦਿੰਦੇ ਭਈ ਭਾਈ ਹੋਇਆ ਕੀ ਉਸ ਦਿਨ, ਬਾਕੀ ਤੁਸੀਂ ਦੱਸ ਦਿਓ ਕੀ ਕਿਹਾ ਉਹਨਾਂ ਨੇ। ਨਹੀਂ ਜੀ, ਦੇਖੋ ਕੱਲ੍ਹ ਵਾਲੇ ਪ੍ਰੋਗਰਾਮ 'ਚ ਆਪਾਂ ਗੱਲ ਕੀਤੀ ਸੀ ਸਾਰੀ, ਐਸੇ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਨਵੇਂ ਖੁਲਾਸੇ ਕੀਤੇ ਆ, ਪਰ ਉਹਨਾਂ ਦੇ ਵਿੱਚ ਇੱਕ ਚੀਜ਼ ਛੱਡ ਦਿੱਤੀ ਸੀ ਮੈਂ ਜਾਣ ਕੇ, ਕਿਉਂਕਿ ਉਸ ਟਾਈਮ ਦੂਸਰਾ ਪੱਖ ਨਹੀਂ ਸੀ ਆਇਆ। ਤਾਂ ਦੂਸਰਾ ਪੱਖ ਕੀ ਹੈ ਕਿ ਹੁਣ ਰੁਪਿੰਦਰ ਸਿੰਘ ਪੰਜਗਰਾਈ ਨੇ ਜਵਾਬ ਦਿੱਤਾ। ਹੁਣ ਗੱਲ ਕਲੀਅਰ ਹੈ, ਕਿਉਂਕਿ ਖੱਟੜਾ ਸਾਹਿਬ ਨੇ ਜਿੱਦਣ ਇਕੱਤਰਤਾ ਹੋਈ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਤਾਂ ਉੱਥੇ ਇਹ ਖੁਲਾਸਾ ਕੀਤਾ ਸੀਗਾ ਕਿ ਸਾਡੀ ਵਾਰ-ਵਾਰ ਜਾਂਚ ਪੜਤਾਲ ਸਾਡੇ ਬੰਦਿਆਂ ਕਰਕੇ ਕੁਰਾਏ ਪੈ ਗਈ। ਮਿਸਾਲ ਦੇ ਤੌਰ ਤੇ ਕਿ ਜਿਸ ਦਿਨ ਪਾਵਨ ਅੰਗ ਖੰਡਿਤ ਕਰਕੇ ਖਿੰਡਾਏ ਗਏ, ਤਾਂ ਜਦੋਂ ਉੱਥੇ ਮਤਲਬ ਕਿ ਰੌਲਾ ਪੈ ਗਿਆ, ਮਤਲਬ ਕਿ ਪਾਲਕੀ ਸਾਹਿਬ ਦੇ ਵਿੱਚ ਪਹਿਲਾਂ ਸੁਸ਼ੋਭਿਤ ਕਰ ਦਿੱਤੇ ਗਏ, ਪਰ ਉਸ ਤੋਂ ਬਾਅਦ ਰੁਪਿੰਦਰ ਸਿੰਘ ਪੰਜਗਰਾਈ ਜਿਹੜਾ ਸੀਗਾ ਉਹ ਅੰਗ ਨੇਫੇ ਚੜਾ ਕੇ ਲੈ ਗਿਆ। ਤੇ ਫਿਰ ਅਸੀਂ ਗੱਲਬਾਤ ਟ੍ਰੇਸ ਕੀਤੀ, ਉਸ ਤੋਂ ਬਾਅਦ ਉਹਨਾਂ ਤੱਕ ਪਹੁੰਚੇ। ਮਤਲਬ ਕਿ ਪਹਿਲਾਂ ਤੇ ਸਾਨੂੰ ਇੱਧਰ ਉਲਝਾ ਪੈ ਗਿਆ। ਫਿਰ ਖਾਸ ਤੌਰ ਤੇ ਉਹਨਾਂ ਨੇ ਕਿਸੇ ਪ੍ਰਚਾਰਕ ਜੋੜੀ ਦਾ ਵੀ ਜ਼ਿਕਰ ਕੀਤਾ ਕਿ ਉਹ ਆਪੋ ਵਿੱਚ ਦੀ ਗੱਲ ਕਰ ਰਹੇ ਸੀ ਤੇ ਮਸਕਰੇ ਟਾਈਪ ਦੇ ਕੇ ਮੰਨ ਕੇ ਵੀ ਆ ਕੁਛ ਹੋ ਗਿਆ, ਤੇ ਸਾਨੂੰ ਲੱਗਿਆ ਕਿ ਸ਼ਾਇਦ ਇਹ ਵੀ ਮਾਮਲਾ ਇੱਧਰ ਗੜਬੜਿਆ। ਉਹ ਮਤਲਬ ਕਿ ਮਿਸਾਲਾਂ ਦੇ ਰਹੇ ਸੀ। ਤਾਂ ਰੁਪਿੰਦਰ ਸਿੰਘ ਪੰਜਗਰਾਈ ਨੇ ਕਿਹਾ ਕਿ ਦੇਖੋ ਜੇ ਸੱਚ ਸਾਬਤ ਹੋ ਜਾਵੇ ਕਿ ਮੈਂ ਏਦਾਂ ਪਾਵਨ ਅੰਗਾਂ ਦੀ, ਇਹ ਵੀ ਇੱਕ ਬੇਅਦਬੀ ਤੋਂ ਬਾਅਦ ਬੇਅਦਬੀ ਹੈ ਨਾ, ਕਿ ਤੁਸੀਂ ਨੇਫੇ ਦੇ ਵਿੱਚ ਬਿਲਕੁਲ ਹਾਂਜੀ। ਤਾਂ ਹੁਣ ਸਫਾਈ ਦਿੱਤੀ ਆ ਕਿ ਜੇ ਸੱਚ ਸਾਬਤ ਹੋਵੇ ਤੇ ਮੈਂ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਆਪਣਾ ਸਿਰ ਕਟਾ ਦੂੰਗਾ। ਸਬੂਤ ਵਜੋਂ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਨੇ। ਸਬੂਤ ਵਜੋਂ ਇੱਕ ਅਖਬਾਰ ਦੀ ਕਟਿੰਗ ਜਿਹੜੀ ਹੈ ਉਹ ਪੇਸ਼ ਕੀਤੀ ਗਈ ਆ ਤੇ ਉਹ ਮੈਂ ਲੱਭੀ ਆ। ਉਹਦੇ ਵਿੱਚ ਜੋ ਖਬਰ ਲੱਗੀ ਆ ਉਹ ਮੇਰੇ ਖਿਆਲ ਦੇ ਨਾਲ 18 ਅਕਤੂਬਰ 2015 ਦੀ ਆ, ਕੋਟਕਪੂਰੇ ਤੋਂ ਆ। ਸਾਡੇ ਵੱਡੇ ਭਰਾ ਹੀ ਮਿੱਤਰ ਹੀ ਆ ਗੁਰਿੰਦਰ ਸਿੰਘ ਜੀ, ਉਹਨਾਂ ਦੀ ਇਹ ਰਿਪੋਰਟ ਲੱਗੀ ਹੋਈ ਆ। ਤਾਂ ਉਹਦੇ ਵਿੱਚ ਕੀ ਲਿਖਿਆ, ਸੋਮਵਾਰ ਦੀ ਇਹ ਖਬਰ ਆ
ਤੇ ਉਹਦੇ ਚ ਰੋਜ਼ਾਨਾ ਸਪੋਕਸਮੈਨ ਪੰਨਾ ਨੰਬਰ 8 ਤਾਂ ਉਹਦੇ ਵਿੱਚ ਖੁਦ ਇਹ ਖੁਲਾਸਾ ਕੀਤਾ ਗਿਆ ਹੈ 18 ਅਕਤੂਬਰ ਦੀ ਜਿਹੜੀ ਇਹ ਖਬਰ ਹੈ ਕਿ ਬੇਅੰਤ ਸਿੰਘ ਦੇ ਘਰੋਂ ਬਾ ਅਦਬ ਜਿਹੜੇ ਕਿ ਬਹੁਤ ਮਤਲਬ ਕਿ ਅਦਬ ਦੇ ਨਾਲ ਰੱਖੇ ਹੋਏ ਸੀਗੇ ਅੰਗ ਉਹ ਲਿਆਂਦੇ ਗਏ ਆ ਪੁਲਿਸ ਦੀ ਹਾਜ਼ਰੀ ਦੇ ਵਿੱਚ। ਜਿਹੜੇ ਅੰਗਾਂ ਦਾ ਮਤਲਬ ਕਿ ਖੁਲਾਸਾ ਕਰ ਰਹੇ ਨੇ ਉਹ ਖਬਰ ਦੇ ਮੁਤਾਬਕ ਸਤਨਾਮ ਸਿੰਘ ਚੰਦੜ ਹੈਗੇ ਨੇ, ਪ੍ਰਚਾਰਕ ਨੇ, ਪੰਤਪ੍ਰੀਤ ਸਿੰਘ ਹੋਰਾਂ ਦੇ ਨਾਲ ਹੀ ਰਹਿੰਦੇ ਆ। ਉਹਨਾਂ ਦੀ ਅਗਵਾਈ ਵਿੱਚ ਉੱਥੋਂ ਖੜੇ ਗਏ। ਮਤਲਬ ਕਿ ਹੋਇਆ ਕੀ ਆ ਕਿ ਜਦੋਂ ਉੱਥੇ ਕਹਿੰਦੇ ਕਿ ਕੋਟਕਪੂਰੇ ਦੇ ਵਿੱਚ ਹਿਰਾਸਤ 'ਚ ਲੈ ਗਏ ਜਿਹੜੇ ਉਸ ਟਾਈਮ ਤੁਹਾਨੂੰ ਪਤਾ ਹੀ ਹੈ ਜੋ ਕੁਛ ਵਾਪਰਿਆ, ਤਾਂ ਹੋਇਆ ਕੀ ਕਿ ਉਸ ਤੋਂ ਬਾਅਦ ਜਿਹੜੇ ਪਾਲਕੀ ਸਾਹਿਬ ਦੇ ਵਿੱਚ ਪਾਵਨ ਅੰਗ ਰੱਖੇ ਗਏ ਸਨ ਉਹ ਬੇਅੰਤ ਸਿੰਘ ਨਾਮ ਦਾ ਇੱਕ ਕਹਿ ਲਓ ਕਿ ਸਿੱਖ ਹੈ ਜਿਹੜਾ ਉਹ ਜੁੜਿਆ ਹੋਇਆ ਸੀਗਾ ਇਸੇ ਪ੍ਰੋਟੈਸਟ ਦੇ ਨਾਲ ਹੀ, ਉਹ ਲੈ ਕੇ ਆਇਆ ਸੀ ਆਪਣੇ ਘਰ ਔਰ ਉਹਨੇ ਬਹੁਤ ਸੰਭਾਲ ਕੇ ਰੱਖੇ ਹੋਏ ਸੀ ਤੇ ਇਹ ਕਿਹਾ ਕਿ ਮੈਂ ਤਾਂ ਜਾਨ ਤੋਂ ਪਿਆਰੇ ਰੱਖੇ ਨੇ, ਮੇਰੇ ਲਈ ਜਾਨ ਤੋਂ ਪਿਆਰੇ ਆ ਔਰ ਕੋਈ ਗੜਬੜੀ ਉੱਥੇ ਨਹੀਂ ਸੀ ਪਾਈ ਗਈ। ਅਸੀਂ ਜਿਉਂ ਦੇ ਤਿਉਂ ਲਿਆਂਦੇ ਗਏ। ਮਤਲਬ ਇਹ ਆ ਕਿ ਦੇਖੋ ਜੋ ਰਣਵੀਰ ਸਿੰਘ ਖੱਟੜਾ ਵਰਸਸ 5 ਗਰਾਈ ਇਹ ਮਾਮਲਾ ਹੈ ਤਾਂ ਇਹਦੇ ਵਿੱਚ ਦੂਸਰਾ ਫੈਕਟ ਆ। ਇੱਕ ਤੇ ਆ ਗਿਆ ਖੱਟੜਾ ਸਾਹਿਬ ਨੇ ਜਿਹੜਾ ਖੁਲਾਸਾ ਕਰ ਦਿੱਤਾ, ਪਰੰਤੂ ਕੱਲੀ ਆਪਾਂ ਸਫਾਈ ਤੇ ਨਹੀਂ ਖੜਦੇ, ਚਲੋ ਉਹਨਾਂ ਨੇ ਆਪਣੀ ਸਫਾਈ ਦੇਣੀ, ਉਹਨਾਂ ਨੇ ਆਪਣੇ ਖੁਲਾਸੇ ਕਰਨੇ ਆ, ਪਰੰਤੂ ਇੱਥੇ ਇੱਕ ਖਬਰ ਹੈ ਜਿਹੜੀ ਮੈਂ ਤੁਹਾਨੂੰ ਕੋਟ ਕਰਕੇ ਦੱਸ ਦਿੱਤੀ ਹੈ ਕਿ ਖਬਰ ਦੇ ਮੁਤਾਬਕ ਤਾਂ ਬੇਅੰਤ ਸਿੰਘ ਦੇ ਘਰੋਂ ਅੰਗ ਲਿਆਂਦੇ ਗਏ। ਵੌਇਸ ਆਫ ਸਿਟੀ 1320 AM ਤੇ ਅਗੇਨ ਹੋ ਕੀ ਰਿਹਾ, ਅਸਲ 'ਚ ਕੀ ਹੈ, ਕਹਾਣੀ ਕੀ ਬਣਾਈ ਜਾ ਰਹੀ ਹੈ। ਚਲੋ ਖਰੜਾ ਸਾਹਿਬ ਉਸ ਵਕਤ ਮੌਕੇ ਦੇ ਇੰਚਾਰਜ, ਮੌਕੇ ਦੇ ਆਫਿਸਰ, ਜੋ ਕੁਝ ਵੀ ਹੈ, ਸਾਰੇ ਘਟਨਾਕ੍ਰਮ ਦੇ ਵਿੱਚ ਬਲੂੰਗੜੇ ਬਾਹਰ ਆ ਰਹੇ ਨੇ। ਬਲੂੰਗੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਹਿ ਕੇ ਅਗਲਾ ਚੈਲੰਜ ਕਰਕੇ ਸਿੱਖ ਕੌਮ ਨੂੰ, ਉਹਦੇ ਵਿੱਚ ਚਾਹੇ ਆਫਿਸਰ ਔਨ ਡਿਊਟੀ ਸਨ ਉਹ ਵੀ ਸਿੱਖ ਹੋ ਸਕਦੇ ਨੇ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਕਿਸੇ ਵੀ ਧਰਮ ਦੇ ਵਿੱਚ ਸੰਬੰਧ ਰੱਖਦਾ ਉਹਨੂੰ ਵੀ ਸ਼ਾਮਲ ਕਰਕੇ ਅਗਲਾ ਚੈਲੰਜ ਕੀਤਾ, ਇਸ਼ਤਿਹਾਰ ਲਾਏ ਵੀ ਤੁਹਾਡੇ ਗੁਰੂ ਦੀ ਜਿਹੜੀ ਹੈ ਉਹ ਅਸੀਂ ਬੇਅਦਬੀ ਕਰਨੀ ਹੈ, ਜੇ ਬਚਾਉਣੀ ਹੈ ਤੇ ਬਚਾ ਸਕਦੇ ਹੋ, ਤੁਹਾਡੇ 'ਚ ਹਿੰਮਤ ਹੈ, ਸਾਡੇ ਕੋਲ ਹੈ। ਐਨ ਮੌਕੇ ਤੇ ਇਸ ਸਥਿਤੀ ਦੇ ਵਿੱਚ ਜੇ ਬਿੱਲੀ ਥੈਲਿਓ ਬਾਹਰ ਕੱਢਣੀ ਹੈ ਤੇ ਕਿਹੜਾ ਫੋਨ ਆਇਆ ਸੀ, ਉਹ ਕਿੱਡਾ ਕੁ ਪਾਵਰਫੁਲ ਬੰਦਾ ਸੀ ਜਿਹਨੇ ਫੋਨ ਕੀਤਾ ਆਫਿਸਰ ਨੂੰ ਮੌਕੇ ਦੇ ਨੂੰ ਵੀ ਇੱਥੇ ਹੀ ਤਲਾਸ਼ੀ ਰੋਕ ਦਿਓ। ਕਿਉਂ ਨਹੀਂ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਆਪਣਾ ਕੰਮ ਕਰੂੰਗਾ ਬਈ। ਜੇ ਵਾਕਿਆ ਹੀ ਆਫਿਸਰ ਉਹਨੇ ਸਹੁੰ ਖਾਧੀ ਹੈ ਉਸ ਵਕਤ ਜਦੋਂ ਔਨ ਡਿਊਟੀ ਹੈ ਕਿ ਮੈਂ ਨਿਯਮਾਂ ਦੀ, ਕਾਨੂੰਨ ਦੀ, ਆਪਣੀ ਡਿਊਟੀ ਦੀ ਪਾਲਣਾ ਕਰਾਂਗਾ ਜੋ ਮੈਨੂੰ ਹੁਕਮ ਹੈ, ਕੀ ਐਨਕਾਊਂਟਰ ਦੇ ਵਿੱਚ ਮਾਰੇ ਗਏ ਜਨਾਬ ਦੂਬੇ, ਹਾਂਜੀ, ਉਹਦੀ ਹੁਣ ਮੂਰਤੀ ਲਾਉਣ ਦਾ ਐਲਾਨ ਹੋਇਆ ਯੂਪੀ ਦੇ ਵਿੱਚ। ਇੱਥੇ ਪਾਲੀਏ ਚਾਨਣਾ, ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ ਉੱਥੇ ਇਸ ਟਾਈਮ ਬੜਾ ਇੱਕ ਵਿਚਿੱਤਰ ਜਿਹਾ ਮਾਮਲਾ ਹੈ ਕਿ ਇਸ ਟਾਈਮ ਜਾਤੀਗਤ ਰਾਜਨੀਤੀ ਜਿਹੜੀ ਹੁੰਦੀ ਹੈ, ਮਤਲਬ ਕਿ ਜਾਤੀਗਤ ਇੱਕ ਤਾਂ ਸਮੀਕਰਨ ਹੁੰਦਾ, ਇੱਕ ਰਾਜਨੀਤੀ ਹੁੰਦੀ ਹੈ। ਜਾਤੀਗਤ ਸਮੀਕਰਨ ਉਦੋਂ ਬਣਦੇ ਆ ਜਦੋਂ ਜਾਤਾਂ ਨੂੰ ਵੰਡ ਦਿੱਤਾ ਜਾਂਦਾ ਹੈ। ਇਸ ਟਾਈਮ ਉੱਥੇ ਵੰਡ ਵਡਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ। ਬੀਬੀ ਮਾਇਆਵਤੀ ਨੇ ਪਿੱਛੇ ਜੇ ਡਿਊਟੀ ਲਾ ਦਿੱਤੀ ਸੀਗੀ ਕਿ ਜਿਹੜੇ ਸਾਡੇ ਇੱਕ ਖਾਸ ਲੀਡਰ ਆ, ਮੈਨੂੰ ਨਾਂ ਭੁੱਲ ਗਿਆ, ਸ਼ਾਇਦ ਕੋਈ ਸ਼ੁਕਲਾ ਜੀ ਸੀ, ਕੁਛ ਐਸਾ ਹੀ ਸੀਗਾ, ਚਲੋ ਕੋਈ ਵੀ ਮੈਂ ਗਲਤ ਨਾਂ ਦਾ ਜ਼ਿਕਰ ਨਹੀਂ ਕਰੂੰ, ਮਿਸ਼ਰਾ ਜੀ ਹੈ, ਸੌਰੀ ਮਿਸ਼ਰਾ ਜੀ ਦੀ ਡਿਊਟੀ ਲਾ ਦਿੱਤੀ ਸੀਗੀ ਕਿ ਦੇਖੋ ਅਸੀਂ ਇੱਕ ਮਹਾ ਸੰਮੇਲਨ ਕਰਾਂਗੇ ਬ੍ਰਾਹਮਣਾਂ ਦਾ, ਬ੍ਰਾਹਮਣਾਂ ਦਾ ਸੰਮੇਲਨ। ਮਾੜੀ ਗੱਲ ਨਹੀਂ ਹੈ ਜੇ ਦਲਿਤਾਂ ਦੀ ਨੁਮਾਇੰਦਗੀ ਕਰਨ ਵਾਲੀ, ਐਸਸੀ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਇਸ ਤਰ੍ਹਾਂ ਦਾ ਇੱਕ ਵਿਲੱਖਣ ਕਾਰਜ ਕਰ ਰਹੀ ਹੈ ਤਾਂ ਬੜੀ ਗੈਰ ਸਧਾਰਨ ਗੱਲ ਕਹੀ ਜਾ ਸਕਦੀ ਹੈ ਕਿ ਗਾਂ ਤੋਂ ਸ਼ਾਇਦ ਜਿਹੜਾ ਸਦੀਆਂ ਤੋਂ ਵਿਤਕਰਾ ਸੀਗਾ, ਜਿਹੜਾ ਸਦੀਆਂ ਦਾ ਸ਼ੋਸ਼ਣ ਸੀਗਾ, ਸ਼ਾਇਦ ਗਾਂ ਬੰਦ ਹੋ ਜਾਏਗਾ। ਇਹੀ ਹੋਏਗਾ ਕਿ ਰਲ ਮਿਲ ਕੇ ਦੋਹੇ ਸਮਾਜ ਆ ਜਿਹੜੇ ਭਾਈਚਾਰੇ ਆ ਜਿਹੜੇ ਰਹਿਣਾ ਸਟਾਰਟ ਕਰ ਦੇਣਗੇ। ਪਰ ਕੀ ਇਹ ਸੰਭਵ ਹੈ? ਕੀ ਇਹ ਸੰਭਵ ਹੈ? ਖੈਰ ਇਹ ਸਾਰਾ ਕੁਛ ਰਾਜਨੀਤੀ ਕਰਾ ਰਹੀ ਹੈ। ਹੁਣ ਦੂਸਰੇ ਪਾਸੇ ਤੁਸੀਂ ਦੇਖ ਲਓ ਕਿ ਇੱਕ ਪਾਸੇ ਤਾਂ ਜਿਨ੍ਹਾਂ ਲੋਕਾਂ ਨੇ ਸ਼ੋਸ਼ਣ ਕੀਤਾ, ਵਿਤਕਰਾ ਕੀਤਾ, ਉਹਨਾਂ ਦਾ ਹੀ ਸੰਮੇਲਨ ਕਰਵਾਇਆ ਜਾ ਰਿਹਾ ਤੇ ਆਪਣੇ ਆਪ ਨੂੰ ਸੋ ਕਾਲਡ ਉਹ ਐਸੀ ਭਾਈਚਾਰੇ ਦੇ ਨੁਮਾਇੰਦੇ ਕਹਿਣ ਵਾਲੇ ਕਰ ਰਹੇ ਨੇ।
ਤਾਂ ਦੂਜੇ ਪਾਸੇ ਆ ਹੁਣ ਜਿਹੜੇ ਹੈਗੇ ਬ੍ਰਾਹਮਣ ਮਹਾਸਭਾ ਵਾਲੇ ਉਹ ਕਹਿੰਦੇ ਕਿ ਕਿਉਂ ਨਹੀਂ ਭਾਈ, ਕਿਉਂ ਨਹੀਂ, ਜੇ ਫੂਲਣ ਦੇਵੀ ਦੀ ਮੂਰਤੀ ਲਵਾ ਸਕਦੇ ਨੇ ਲੋਕ ਤੇ ਦੁਬੇ ਜੀ ਸਾਡੇ ਹੀਰੋ ਹੈ, ਬਿਲਕੁਲ ਸਾਡੇ ਹੀਰੋ ਹੈ। ਸ਼ੁਕਲਾ ਇੱਕ ਬਹੁਤ ਵੱਡਾ ਨਾਮਚੀਨ ਗੈਂਗਸਟਰ ਹੋਇਆ, ਉਦੋਂ ਤੇ ਸ਼ਾਇਦ ਮੇਰੇ ਖਿਆਲ ਦੇ ਨਾਲ ਗੈਂਗਸਟਰ ਸ਼ਬਦ ਹੀ ਨਹੀਂ ਬਣਿਆ ਹੋਣਾ, ਸ਼੍ਰੀ ਪ੍ਰਕਾਸ਼ ਸ਼ੁਕਲ। ਤਾਂ ਉਹ ਕਹਿੰਦੇ ਕਿ ਉਹਦੀ ਵੀ ਲਾਵਾਂਗੇ, ਨਾਲ ਲਾਵਾਂਗੇ, ਰੋਕ ਲਓ ਜਿੰਨੇ ਰੋਕਣਾ। ਉਹ ਕਹਿੰਦੇ ਕਿ ਅਸਲ ਦੇ ਵਿੱਚ ਕੀ ਆ ਕਿ ਗੱਲ ਉੱਥੇ ਜਿਹੜੀ ਆ ਨਾ ਇਸ ਟਾਈਮ ਉਹ ਇਹ ਆ ਕਿ ਬ੍ਰਾਹਮਣ ਸਮਾਜ ਨੂੰ ਅਣਦੇਖਿਆ ਕੀਤਾ ਗਿਆ, ਮਤਲਬ ਕਿ ਯੋਗੀ ਸਰਕਾਰ ਦੇ ਵਿੱਚ ਇਹ ਉੱਥੋਂ ਦਾ ਇਹ ਵਰਗ ਕਹਿੰਦਾ ਹੈ ਕਿ ਸਾਡੇ ਬੰਦਿਆਂ ਨੂੰ ਦਬਾਇਆ ਗਿਆ। ਦੁਬੇ ਦੇ ਐਨਕਾਊਂਟਰ ਤੋਂ ਬਾਅਦ ਜਦੋਂ ਕਹਾਣੀਆਂ ਸਟਾਰਟ ਹੋਈਆਂ ਸੀ ਉਸ ਟਾਈਮ ਆਪਾਂ ਵੀ ਗੱਲ ਕੀਤੀ ਸੀਗੀ ਕਿ ਦੁਬੇ ਦੀ ਚੜ੍ਹਤ ਦੇ ਵਿੱਚ ਕਿਤੇ ਨਾ ਕਿਤੇ ਉਹਦਾ ਜਿਹੜਾ ਭਾਈਚਾਰਾ ਸੀ ਉਹਦਾ ਬਹੁਤ ਵੱਡਾ ਰੋਲ ਸੀ, ਬਹੁਤ ਦਬਕਾ ਸੀ, ਕਿਉਂਕਿ ਹੀਰੋ ਮੰਨ ਲੈਂਦਾ ਨਾ ਭਾਈਚਾਰਾ। ਜੀ ਜੀ ਬਿਲਕੁਲ 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 ਬਿਲਕੁਲ। ਇੱਥੇ ਆਪਣੇ ਵੀ ਹੈਗੇ 5-7 ਲੀਡਰ, ਉਹ ਗੈਂਗਸਟਰਾਂ ਦੇ ਭੋਗਾਂ ਤੇ ਜਾਂਦੇ ਨੇ ਜੀ, ਗਰੋਹਬਾਜ਼ਾਂ ਦੇ। ਸੋ ਇਹ ਹੁੰਦਾ ਹੈ, ਇਹ ਆਮ ਤੌਰ ਤੇ ਚੱਲਦਾ ਹੈ ਕ੍ਰਾਈਮ ਦੀ ਦੁਨੀਆ 'ਚ, ਇਹ ਚੀਜ਼ਾਂ ਹੁੰਦੀਆਂ ਨੇ। ਔਰ ਫਿਰ ਆਪੋ ਆਪਣੇ ਹੀਰੋ ਜਿਹੜੇ ਆ ਉਹ ਥਾਪੇ ਜਾਂਦੇ ਆ, ਕ੍ਰਿਮੀਨਲ ਵੀ ਵੰਡੇ ਜਾਂਦੇ ਆ। ਬਿਲਕੁਲ ਬਿਲਕੁਲ ਕਰਦੇ ਤਾਂ ਕ੍ਰਾਈਮ ਹੀ ਹੈ ਨਾ। ਤਾਂ ਦੁਬੇ ਦਾ ਜੇ ਤੁਸੀਂ ਹਿਸਟਰੀ ਸ਼ੀਟਰ ਦਾ ਰਿਕਾਰਡ ਵੇਖੋਗੇ, ਬੜੇ ਜ਼ਬਰਦਸਤ ਉਹਨੇ ਕੰਮ ਕੀਤੇ ਸੀ, ਕਿੰਨੇ ਪੁਲਿਸ ਵਾਲੇ ਮਾਰ ਦਿੱਤੇ, ਉਹਨਾਂ ਦੇ ਵਿੱਚ ਵੀ ਹੋ ਸਕਦਾ ਬ੍ਰਾਹਮਣਾਂ ਦੇ ਮੁੰਡੇ ਹੋਣ ਜੀ, ਬਿਲਕੁਲ। ਪਰ ਹੀਰੋ ਮੰਨਿਆ ਲਿਆ ਜਾਂਦਾ ਨਾ। ਗੱਲ ਤੇ ਇਹ ਹੈ ਕਿ ਉੱਥੇ ਹੁਣ ਉਹ ਜਿਹੜੀ ਨਾਰਾਜ਼ਗੀ ਆ ਬਾਹਮਣ ਵੋਟ ਦੀ, ਬਾਹਮਣ ਵੋਟ ਦਾ ਇੱਕ ਆਪਣਾ ਜਿੱਦਾਂ ਕਹਿ ਲਓ ਕਿ ਇੱਕ ਇਕੱਠ ਵੀ ਆ ਤੇ ਇੱਕ ਪ੍ਰਭਾਵ ਵੀ ਆ। ਉਸ ਚੀਜ਼ ਨੂੰ ਕਿਤੇ ਨਾ ਕਿਤੇ ਸਾਧਨ ਵਾਸਤੇ, ਆਪਣੇ ਨਾਲ ਰਲਾਉਣ ਵਾਸਤੇ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ। ਉਹਦੇ ਚ ਹੁਣ ਵੇਖੋ ਗਾਂ ਕਿਹੜਾ ਆਪਣੇ ਹੀਰੋ ਦਾ ਕਿਸ ਤਰ੍ਹਾਂ ਦਾ ਬੁੱਤ ਲਾਉਂਦਾ। ਔਰ ਉਹਨਾਂ ਦੇ ਵਿੱਚ ਏਕਾ ਵੀ ਹੈ, ਏਕਤਾ ਦੀ ਉਹ ਮਤਲਬ ਹਾਮੀ ਨੇ। ਉਹਨਾਂ ਦਾ ਇੱਕੋ ਹੀ ਨਿਜ਼ਮ ਆ, ਇੱਕੋ ਹੀ ਧਰਮ ਆ, ਇੱਕੋ ਹੀ ਉਹਨਾਂ ਦਾ ਫਲਸਫਾ ਹੈ। ਚੰਗੀ ਗੱਲ ਹੈ, ਏਕੇ ਦੇ ਵਿੱਚ ਬੱਝੇ ਹੋਏ ਨੇ। ਉਹਨਾਂ ਦਾ ਇੱਕ ਆਗੂ ਹੈ। ਆ ਸਾਡੇ ਵਾਲਿਆਂ ਵਾਂਗੂ ਨਹੀਂ ਖਿੰਡੇ ਫੁੰਡੇ ਫਿਰਦੇ, ਮੈਂ ਜੀ ਇੱਥੋਂ ਖੰਡੇ ਬਾਟੇ ਦੀ ਪੌਲ ਲਈ, ਮੈਂ ਇੱਥੋਂ ਖੰਡੇ ਬਾਟੇ ਦੀ ਪੌਲ ਲਈ, ਮੈਂ ਉੱਥੋਂ ਖੰਡੇ ਬਾਟੇ ਦੀ, ਕੋਈ ਉਹਦੇ ਕੋ, ਉਹਦੇ ਕੋ, ਉਹਦੇ ਕੋ, ਉਹਦੇ ਕੋ। ਨਿਜ਼ਮ ਹੀ ਵੱਖਰੇ, ਨਿਜ਼ਮ ਹੀ ਵੱਖਰੇ। ਪਤਾ ਨਹੀਂ, ਮੈਂ ਤਾਂ ਹੈਰਾਨ ਹੋਣਾ, ਪਰੇਸ਼ਾਨ ਹੋ ਜਾਣਾ ਕਿ 29 ਮਾਰਚ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਇੱਕੋ ਤਰ੍ਹਾਂ ਦੀ ਖੰਡੇ ਬਾਟੇ ਦੀ ਪੌਲ ਦਿੱਤੀ ਸੀ। ਉਦੋਂ ਬਾਅਦ ਇਹਨਾਂ ਨੇ ਆਪਣੀਆਂ ਨਿਜ਼ਮਾਂ ਬਣਾ ਮਾਰੀਆਂ ਨੇ। ਕਿਤੇ ਪੜ੍ਹਨ ਨੂੰ ਨਹੀਂ ਮਿਲਦਾ ਕਿ ਖੰਡੇ ਬਾਟੇ ਦੀ ਪੌਲ ਦੇ ਵੱਖ-ਵੱਖ ਨਿਜ਼ਮ ਸਨ। ਕਿਸੇ ਨੂੰ ਪੁੱਛੋ ਖੰਡੇ ਬਾਟੇ ਦੀ ਪੌਲ ਕਿੱਥੋਂ ਲਈ, ਉਹ ਫਲਾਣੇ ਦੇ, ਆਪਾਂ ਫਲਾਣੇ ਬਾਬਿਆਂ। ਕੋਈ ਨਹੀਂ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਸ਼ਰਨ ਵਿੱਚ ਆਇਆ, ਉਹਨਾਂ ਦੀ ਖੰਡੇ ਬਾਟੇ ਦੀ ਪੌਲ ਲਈ। ਕੋਈ ਟਾਮਾ ਹੀ ਹੋਊਗਾ, ਟਾਮਾ ਹੀ ਹੋਊਗਾ। ਤਾਂ ਮੜੀਆਂ ਨੂੰ ਪੂਜਣ ਵਾਲੇ ਗਾਤਰੇ ਪਾ ਕੇ ਕਈ ਤੁਰੇ ਫਿਰਦੇ ਨੇ, ਬਹੁਤ ਵੱਡੀ ਤਾਦਾਦ ਦੇ ਵਿੱਚ। ਵਿਖਾਵਾ ਜ਼ਿਆਦਾ ਹੋ ਗਿਆ। ਖਬਰ ਮੀਡੀਆ ਦਾ ਮੀਡੀਆ ਬੜਾ ਮਤਲਬ ਅੱਜ ਕੱਲ੍ਹ ਨਾ ਮੈਂ ਕਹਿੰਦਾ ਵੀ ਚੱਕੀ ਜਾਂਦਾ ਕੰਮ ਨੂੰ। ਕੀ ਕਹਿਣਾ ਚਾਹੋਗੇ? ਕਰਦੇ ਵਗੈਰਾ ਵਗੈਰਾ, ਜਦ ਕਿ ਸੱਚਾਈ ਇਹ ਆ ਕਿ ਉੱਥੇ ਨਿਯਮਾਂ ਦਾ ਹੀ ਪਾਲਣ ਕੀਤਾ ਗਿਆ। ਕਿ ਵੈਸੇ ਖਟਕੜ ਟੋਲ ਤੇ ਤਾਂ ਉੱਥੇ ਕੀ ਹੈ ਕਿ ਚੌਟਾਲਾ ਜੀ ਨੇ ਮੰਗਿਆ ਕਿ ਮੈਨੂੰ ਮਾਈਕ ਦੇ ਦਿਓ, ਮੈਂ ਸਿਰਫ ਬਸ ਰਾਮ ਰਾਮ ਹੀ ਬੁਲਾਉਣੀ ਹੈ। ਰਾਮ ਰਾਮ ਕਹਿੰਦੇ ਆ ਜਿੱਦਾਂ ਕਿ ਬਸ ਮੈਂ, ਜਿਵੇਂ ਆਪਾਂ ਕਹਿ ਦਿੰਦੇ ਕਿ ਯਾਰ ਫਤਿਹ ਦੀ ਸਾਂਝ ਪਾਉਣੀ, ਮੈਂ ਚੱਲਿਆ। ਇਹਨਾਂ ਨੇ ਤੇ ਲੱਖੋਵਾਲ ਤੋਂ ਵੀ ਖੋਲਿਆ ਸੀ ਮੈਚ, ਯਾਦ ਹੋਣਾ। ਉਹ ਕਹਿੰਦਾ ਸੀ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਕਹਿ ਲੈਣ ਦਿਓ, ਫਤਿਹ ਬੁਲਾ ਲੈਣ ਦਿਓ। ਯਾਦ ਹੋਣਾ ਸ਼ਾਇਦ ਐਸਕੇਐਮ ਦੇ ਮੋਰਚੇ ਤੇ ਜਿਹੜੀ ਸਾਂਝੀ ਸਟੇਜ ਹੈ ਉਹਦੇ ਤੋਂ ਉਤਾਰ ਦਿੱਤਾ ਗਿਆ ਸੀਗਾ। ਤਾਂ ਇਹਨਾਂ ਦਾ ਨਿਯਮ ਹੈ ਕਿ ਨਹੀਂ, ਕਿਸੇ ਨੂੰ ਮਾਈਕ ਜਾਂ ਸਟੇਜ ਵਰਤਣ ਦੀ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਕਿ ਪੋਲੀਟੀਕਲੀ ਐਕਟਿਵ ਹੈ। ਤਾਂ ਇਹ ਹੁਣ ਦੇਖ ਲਓ ਤੁਸੀਂ ਕਿ ਕਿਸ ਤਰ੍ਹਾਂ ਦਾਅਵੇ ਕੀਤੇ ਜਾ ਰਹੇ, ਉਹ ਚੀਜ਼ਾਂ ਨੂੰ ਤੋੜਿਆ ਜਾ ਰਿਹਾ, ਮਰੋੜਿਆ ਜਾ ਰਿਹਾ। ਸਮਝ ਤੋਂ ਪਰੇ ਬਹੁਤ ਸਾਰੀਆਂ ਸਟੋਰੀਆਂ ਨੇ, ਡੇਲੀ ਇਸ ਤਰ੍ਹਾਂ ਹੁੰਦਾ। ਤਾਂ ਇਹ ਵੀ ਮਾਮਲਾ ਜਿਹੜਾ ਜੇ ਭੋਖ ਪੜਤਾਲ ਕਰੀਏ ਤਾਂ ਦੂਸਰਾ ਕਿ ਉੱਥੇ ਕਿਸੇ ਨੇ ਕਿਸੇ ਦੀ ਬੇਇੱਜ਼ਤੀ ਨਹੀਂ ਕੀਤੀ, ਬਲਕਿ ਉੱਥੇ ਖੁਦ ਇਨੈਲੋ ਵਾਲੇ ਵੀ ਬੈਠੇ ਸਨ। ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜੀ ਨਿਯਮ ਦੇ ਮੁਤਾਬਕ ਅਸੀਂ ਤੁਹਾਨੂੰ ਮਾਈਕ ਦੇ ਹੀ ਨਹੀਂ ਸਕਦੇ ਜੀ। ਮਿੰਟੂ ਜੀ, ਇੱਕ ਬੀਬੀ ਇਹਨਾਂ ਦੇ ਸਟੇਜ ਦੇ ਉੱਤੇ ਕਾਫੀ ਕੁਝ ਬੋਲ ਕੇ ਕਿ ਜਿਹਦੇ ਕੋਲੋਂ ਮਾਈਕ ਖੋਇਆ, ਜਿਹਦੇ ਕਿਹਾ ਵੀ ਇੱਕ ਨੇ ਮੋਦੀ ਤੱਕ ਸੀ 40 ਹੋਰ ਤਿਆਰ ਕੀਤੇ ਜਾ ਰਹੇ। ਉਹਦੇ ਬਾਰੇ ਰਾਤ ਨੂੰ ਆਪਾਂ ਡਿਟੇਲ 'ਚ ਗੱਲ ਕਰਨੀ ਆ, ਸ਼ਾਇਦ ਤੁਸੀਂ ਵੀਡੀਓ ਦੇਖੀ ਹੋਵੇ। ਹਾਂਜੀ,
ਨਹੀਂ ਤੇ ਮੈਂ ਤੁਹਾਨੂੰ ਹਾਂਜੀ ਲਿੰਕ ਹਾਂਜੀ, ਉਹਦਾ ਤਾਂ ਕੋਈ ਆਪਦਾ ਕੋਈ ਪਰਸਨਲ ਹੀ ਸੀਗਾ ਜੀ ਰੌਲਾ, ਕੋਈ ਪਰਸਨਲ। ਪਰ ਜਿਵੇਂ ਉਹਨੇ ਅਟੈਕ ਕੀਤਾ ਇਹਨਾਂ ਦੇ ਉੱਤੇ, ਜਿਸ ਤਰੀਕੇ ਦੇ ਨਾਲ ਇੱਕ ਦੀ ਥਾਂ ਤੇ 40 ਨਰਿੰਦਰ ਮੋਦੀ ਤਿਆਰ ਹੋ ਰਹੇ ਨੇ, ਜਿਵੇਂ ਇਸ ਸੰਸਦ ਘੇਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਉੱਤੇ ਆਪਾਂ ਕਰਾਂਗੇ ਰਾਤ ਨੂੰ ਗੱਲ। ਬਹੁਤ ਸਾਰੇ ਵੀਰਾਂ ਦੇ ਫੋਨ ਆਏ ਨੇ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।